ਦੋਸਤੋ ਮੇਜਰ ਮੰਗੜ ਦੇ ਪੋਡਕਾਸਟ ਚੈਨਲ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਤੇ ਰਹਿੰਦੇ ਹੋ ਸਭ ਠੀਕ ਠਾਕ ਹੋਵੋਗੇ ਤੇ ਤੁਹਾਡੇ ਵੱਲੋਂ ਜੋ ਚੈਨਲ ਨੂੰ ਸਹਿਯੋਗ ਮਿਲ ਰਿਹਾ ਹੈ ਤਾਂ ਉਸ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਸ ਚੈਨਲ ਦੇ ਉੱਪਰ ਦੋਸਤੋ ਆਪਾਂ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਹਾਂ ਉਹ ਜ਼ਿੰਦਗੀ ਦੇ ਵੱਖੋ ਵੱਖਰੇ ਵਿਸ਼ਿਆਂ ਤੇ ਕਰਦੇ ਹਾਂ। ਤੋ ਸਾਹਿਤ ਸਾਡੇ ਲਈ ਮੁੱਖ ਹੈ ਕਿਉਂਕਿ ਮੈਂ ਖੁਦ ਸਾਹਿਤ ਨਾਲ ਜੁੜਿਆ ਹੋਇਆ ਹਾਂ। ਤੋ ਆਪਾਂ ਇਹਦੇ ਵਿੱਚ ਇੱਕ ਲੜੀ ਕਿ ਮੇਰੀ ਰਚਨ ਪ੍ਰਕਿਰਿਆ ਉਹ ਸ਼ੁਰੂ ਕਰ ਰਹੇ ਹਾਂ। ਤੁਸੀਂ ਆਪਣੀ ਕਿਸੇ ਕਹਾਣੀ ਬਾਰੇ ਕਿ ਉਸ ਦਾ ਪਿਛੋਕੜ ਕੀ ਹੈ, ਉਹ ਕਹਾਣੀ ਤੁਸੀਂ ਕਿਉਂ ਲਿਖੀ ਜਾਂ ਕਹਾਣੀ ਤੁਹਾਡੇ ਅੰਦਰੋਂ ਕਿਸ ਤਰ੍ਹਾਂ ਚੱਲਦੀ ਰਹੀ, ਉਹਦੇ ਬਾਰੇ ਗੱਲ ਕਰ ਸਕਦੇ ਹੋ। ਤੁਸੀਂ ਆਪਣੀ ਕਿਸੇ ਕਿਤਾਬ ਬਾਰੇ ਗੱਲ ਕਰ ਸਕਦੇ ਹੋ। ਅਤੇ ਇਹ ਜਿਹੜਾ ਹੈਗਾ ਦੋਸਤੋ ਜ਼ਰੀਆ, ਇਹ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਅਤੇ ਉਹ ਰਿਕਾਰਡ ਤੁਹਾਨੂੰ ਕਿਸ ਤਰ੍ਹਾਂ ਕਰਨਾ ਹੈ ਜਾਂ ਤੁਹਾਡੀ ਇੰਟਰਵਿਊ ਕਿਸ ਤਰ੍ਹਾਂ ਕਰਨੀ ਹੈ। ਤਾਂ ਉਹ ਮੈਂ ਖੁਦ ਤੁਹਾਡੇ ਨਾਲ ਸੰਪਰਕ ਕਰਕੇ ਕਰ ਲਵਾਂਗਾ, ਤੁਹਾਨੂੰ ਦੱਸ ਦਾਂਗਾ ਕਿ ਕਿਸ ਤਰ੍ਹਾਂ ਜਿਹੜੀ ਇੰਟਰਵਿਊ ਆਪਾਂ ਰਿਕਾਰਡ ਕਰ ਸਕਦੇ ਹਾਂ ਅਤੇ ਫਿਰ ਤੁਹਾਨੂੰ ਇਸ ਚੈਨਲ 'ਤੇ ਪੇਸ਼ ਕੀਤਾ ਜਾ ਸਕਦਾ ਹੈ। ਸੋ ਇੱਕ ਕਿਸਮ ਦਾ ਇਹ ਵਿਸ਼ਵ ਦੇ ਵਿੱਚ ਦੇਖਿਆ ਜਾਣ ਵਾਲਾ ਟੈਲੀਵਿਜ਼ਨ, ਜਾਂ ਆਪਾਂ ਜਿਵੇਂ ਪਹਿਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਦੂਰ ਸੰਚਾਰ ਸਾਧਨ ਜਾਂ ਦੂਰ ਸੰਚਾਰ ਸੱਥ, ਜਾਂ ਇੱਕ ਕਿਸਮ ਦਾ ਜਿਹੜਾ ਵਿਸ਼ਵ ਚੌਂਤਰਾ ਕਹਿ ਲਓ, ਭਾਵੇਂ ਕਿਸੇ ਦਰਖਤ ਥੱਲੇ ਨਹੀਂ ਲੱਗਦਾ, ਲੇਕਿਨ ਇਹ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ ਉਹ ਉਸ ਸੰਘਣੇ ਦਰਖਤ ਹੇਠਾਂ ਆਪਾਂ ਸਾਰੇ ਹੀ ਬੈਠੇ ਹਾਂ। ਅਤੇ ਅੱਜ ਕੱਲ੍ਹ ਆਪਾਂ ਜਿਹੜਾ ਸੋਸ਼ਲ ਮੀਡੀਆ ਹੈ ਉਸ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਇਹੀ ਸਾਡੀ ਸੱਥ ਹੈ। ਸੋ ਇਹੀ ਸਾਡੇ ਗੱਲਬਾਤ ਦੇ ਸਾਧਨ ਨੇ। ਸੋ ਜਿੱਥੇ ਇਸ ਦੇ ਨੁਕਸਾਨ ਨੇ, ਜਿੱਥੇ ਇਸ ਨੇ ਮਨੁੱਖ ਨੂੰ ਬਹੁਤ ਬਿਜ਼ੀ ਕੀਤਾ ਹੈ, ਜਿੱਥੇ ਇਸ ਨੇ ਮਨੁੱਖੀ ਰਿਸ਼ਤਿਆਂ ਦਾ ਨੁਕਸਾਨ ਕੀਤਾ ਹੈ, ਉੱਥੇ ਦੋਸਤੋ ਇਹਦਾ ਫਾਇਦਾ ਵੀ ਹੈ। ਫਾਇਦਾ ਇਹ ਹੈ ਕਿ ਕੋਈ ਸਮਾਂ ਸੀ, ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਵਿਦੇਸ਼ਾਂ ਵਿੱਚ ਬੈਠਿਆਂ ਨਾਲ ਸਾਲਾਂ ਬੱਧੀ ਗੱਲ ਨਹੀਂ ਸੀ ਕਰ ਸਕਦੇ, ਕੋਈ ਸੰਪਰਕ ਨਹੀਂ ਸੀ ਬਣਾ ਸਕਦੇ। ਅਤੇ ਤੁਹਾਨੂੰ ਉਹ ਦਿਨ ਵੀ ਯਾਦ ਹੋਣਗੇ ਜਦੋਂ ਫੋਨ ਦੀ ਇੱਕ ਕਾਲ ਮਿਲਾਉਣ ਲਈ ਤੁਹਾਨੂੰ ਡਾਕਖਾਨਿਆਂ ਦੇ ਵਿੱਚ 2-2 3-3 ਦਿਨ ਜਾ ਕੇ ਕਾਲ ਬੁੱਕ ਕਰਾਉਣੀ ਪੈਂਦੀ ਸੀ। ਕਾਲ ਮਿਲਦੀ ਸੀ, ਕਦੇ ਮਿਲਦੀ ਉਹ ਨਹੀਂ ਸੀ, ਤੁਹਾਨੂੰ ਜਿਹੜਾ ਉਹ ਇੰਤਜ਼ਾਰ ਕਰਨਾ ਪੈਂਦਾ ਸੀ, ਕਿੰਨੇ ਪੈਸੇ ਲੱਗਦੇ ਸੀ। ਫਿਰ PCO ਆਏ, STDਆਂ ਆਈਆਂ ਅਤੇ ਉਹਨਾਂ 'ਤੇ ਕਿਵੇਂ ਲਾਈਨਾਂ ਲੱਗੀਆਂ ਰਹਿੰਦੀਆਂ ਸੀ ਅਤੇ ਕਿੰਨਾ ਖਰਚ ਆਉਂਦਾ ਸੀ। ਸੋ ਫਿਰ ਤਾਂ ਦੋਸਤੋ ਜਿਹੜੀ 20ਵੀਂ ਸਦੀ ਦੇ ਵਿੱਚ ਇੱਕ ਇਨਕਲਾਬ ਹੀ ਆ ਗਿਆ। ਈਮੇਲਸ ਨੇ ਸਾਰੀਆਂ ਚਿੱਠੀਆਂ ਖਤਮ ਕਰ ਦਿੱਤੀਆਂ ਅਤੇ ਉਸ ਜਿਹੜੇ ਖਤ ਲਿਖਦੇ ਹੁੰਦੇ ਸੀ, ਸ਼ੇਰ ਲਿਖਦੇ ਹੁੰਦੇ ਸੀ, ਤਾਂ ਇੱਕ ਬਹੁਤ ਵਧੀਆ ਇਬਾਰਤ ਹੁੰਦੀ ਸੀ, ਉਹ ਭਾਵੇਂ ਗਾਇਬ ਹੋ ਗਈ, ਲੇਕਿਨ ਸਾਨੂੰ ਜਿਹੜਾ ਸੁੱਖ ਇਸ ਗੱਲ ਦਾ ਮਿਲਿਆ ਕਿ ਅਸੀਂ ਅਗਲੇ ਸੈਕਿੰਡ ਆਪਣੀ ਸੂਚਨਾ ਜਿਹੜੀ ਉਹ ਕਿਤੇ ਵੀ ਪਹੁੰਚਾ ਸਕਦੇ ਹਾਂ। ਸੋ ਲੇਖਕ ਨੇ ਜਿਹੜੇ ਖਾਸ ਤੌਰ 'ਤੇ ਉਹ ਰਚਨਾ ਪਹਿਲਾਂ ਮੇਲ ਕਰਦੇ ਸੀ ਲਿਖ ਕੇ, ਉਹ ਚਿੱਠੀ ਪਹੁੰਚਣ ਨੂੰ ਕਿੰਨੇ ਦਿਨ ਲੱਗਦੇ ਸੀ। ਫਿਰ ਸੰਪਾਦਕ ਉਹਨੂੰ ਵਾਪਸੀ ਡਾਕ ਭੇਜਦਾ ਸੀ ਕਿ ਛਾਪੂਗਾ ਕਿ ਨਹੀਂ। ਲੇਕਿਨ ਹੁਣ ਹੈਗਾ ਵੀ ਇੱਕ ਬਟਨ ਕਲਿੱਕ ਕਰਨ ਨਾਲ ਤੁਹਾਡੀ ਜਿਹੜੀ ਰਚਨਾ ਹੈ ਉਹ ਕਿਸੇ ਵੀ ਸੰਪਾਦਕ ਦੇ ਦਫ਼ਤਰ ਪਹੁੰਚ ਜਾਂਦੀ ਹੈ, ਤੁਹਾਡੀ ਚਿੱਠੀ ਹੈ ਜਿਹੜੀ ਉਹ ਕਿਤੇ ਵੀ ਪਹੁੰਚ ਜਾਂਦੀ ਹੈ। ਸੋ ਸਮੇਂ ਨੇ ਬੜੀ ਤਰੱਕੀ ਕੀਤੀ ਹੈ। ਸੋ ਦੋਸਤੋ ਆਪਾਂ ਗੱਲ ਕਰਦੇ ਸੀ ਰਚਨ ਪ੍ਰਕਿਰਿਆ ਦੀ। ਸੋ ਮੈਂ ਜਿਹੜੀ ਇਹ ਰਚਨ ਪ੍ਰਕਿਰਿਆ ਦੀ ਗੱਲ ਅੱਜ ਆਪਣੇ ਤੋਂ ਹੀ ਸ਼ੁਰੂ ਕਰਾਂਗਾ। ਸੋ ਮੈਂ 9ਵੀਂ 'ਚ ਪੜ੍ਹਦੇ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਰੁਝਾਨ ਪਹਿਲਾਂ ਵੀ ਸੀ, ਲੇਕਿਨ ਮੈਂ ਪਹਿਲਾਂ ਗੀਤਾਂ ਦੇ ਰੂਪ ਵਿੱਚ ਸ਼ੁਰੂ ਕੀਤਾ। ਉਸ ਤੋਂ ਬਾਅਦ ਮੈਂ ਕਾਲਜ ਚਲਿਆ ਗਿਆ ਅਤੇ ਮੈਨੂੰ ਲੱਗ ਰਿਹਾ ਸੀ ਕਿ ਜੋ ਗੱਲ ਮੈਂ ਆਪਣੀ ਕਹਿਣੀ ਚਾਹੁੰਦਾ ਹਾਂ ਗੀਤਾਂ ਦੇ ਵਿੱਚ ਜਾਂ ਕਵਿਤਾਵਾਂ ਦੇ ਵਿੱਚ, ਮੈਂ ਕਹਿ ਨਹੀਂ ਰਿਹਾ। ਅਤੇ ਪਹਿਲੀ ਵਾਰ ਦੋਸਤੋ ਮੈਂ ਕਹਾਣੀ ਲਿਖੀ ਅਤੇ ਜਿਹਦੇ ਵਿੱਚ ਮੈਂ ਆਪਣੇ ਬਾਪ ਨੂੰ, ਜਾਣੀ ਆਪਣੇ ਫਾਦਰ ਸਾਹਿਬ ਨੂੰ, ਕਹਾਣੀ ਦਾ ਕਰੈਕਟਰ ਬਣਾਇਆ। ਕਹਾਣੀ ਦਾ ਨਾਂ ਸੀ ਧੌਲ ਬਲਦ। ਉਹ ਕਹਾਣੀ ਮੈਂ ਕਿਸੇ ਨੂੰ ਨਹੀਂ ਦਿਖਾਈ, ਨਾ ਮੈਂ ਕਿਤੇ ਛਪਵਾਈ, ਅਤੇ ਲੇਕਿਨ ਮੈਂ ਕਹਾਣੀ ਲਿਖ ਕੇ ਆਪਣੇ ਨਾਲ ਲਈ ਫਿਰਦਾ ਰਿਹਾ। ਅਤੇ ਜਦੋਂ ਮੈਂ ਕਾਲਜ ਚਲਿਆ ਗਿਆ ਅਤੇ ਉੱਥੇ ਕਾਲਜ ਦੇ ਵਿੱਚ ਇੱਕ ਸਾਹਿਤ ਸਭਾ ਬਣੀ ਹੋਈ ਸੀ ਅਤੇ ਉੱਥੇ ਮੈਂ ਵੀ ਉਹਨਾਂ ਵਿੱਚ ਬੈਠਣ ਲੱਗ ਗਿਆ। ਅਤੇ ਉਸ ਵਕਤ ਮੈਂ ਇੱਕ ਕਹਾਣੀ ਹੋਰ ਲਿਖੀ ਅਤੇ ਜਿਹਦਾ ਨਾਂ ਸੀ ਸੁਨਹਿਰੀ ਸੂਲੀ। ਅਤੇ ਉਹ ਕਹਾਣੀ ਜਦੋਂ ਮੈਂ ਮੀਟਿੰਗ ਦੇ ਵਿੱਚ ਪੜ੍ਹੀ ਅਤੇ ਆਪਣੇ ਪ੍ਰੋਫੈਸਰ ਸਾਹਿਬ ਨੂੰ ਸੁਣਾਈ, ਪ੍ਰੋਫੈਸਰ ਸਤਿੰਦਰ ਸਪਰਾ ਜੀ ਨੂੰ, ਅਤੇ ਉਹ ਮੈਨੂੰ ਪਾਸੇ ਲਿਜਾ ਕੇ ਕਹਿੰਦੇ ਵੀ ਕਹਾਣੀ ਤੂੰ ਆਪ ਲਿਖੀ ਹੈ? ਅਤੇ ਮੈਂ ਕਿਹਾ ਹਾਂਜੀ ਪ੍ਰੋਫੈਸਰ ਸਾਹਿਬ ਮੈਂ ਆਪ ਲਿਖੀ ਹੈ। ਉਹ ਕਹਿੰਦੇ ਵੀ ਜੇ ਤੂੰ ਕਹਾਣੀ ਇਹ ਆਪ ਲਿਖੀ ਹੈ
ਤੇ ਫਿਰ ਤੂੰ ਕਹਾਣੀ ਲਿਖ ਸਕਦਾ ਤਾਂ ਕਹਾਣੀਆਂ ਲਿਖਿਆ ਕਰ। ਤੇ ਦੋਸਤੋ ਉਹ ਕਹਾਣੀ ਮੇਰੀ ਜਿਹੜੀ ਸੀਗੀ ਉਸ ਦਾ ਨਾਂ ਸੀ ਸੁਨਹਿਰੀ ਸੋਲੀ। ਉਹ ਕਹਾਣੀ ਇੱਕ ਪੰਜਾਬ ਪੱਤਰਕਾਰ ਨਾਂ ਦਾ ਅਖਬਾਰ ਮੈਗਜ਼ੀਨ ਸੀ ਮੋਹਾਲੀ ਤੋਂ ਨਿਕਲਦਾ, ਅਤੇ ਉਸ ਨੂੰ ਪ੍ਰੋਫੈਸਰ ਹਮਦਰਦ ਵੀਰ ਨੌਸ਼ਹਿਰਵੀ ਜੀ ਨੇ ਜੋ ਕਿ ਮੈਨੂੰ ਪੜ੍ਹਾਉਂਦੇ ਸਨ, ਉਹਨਾਂ ਨੇ ਮੇਰੇ ਤੋਂ ਲੈ ਕੇ ਉਹ ਕਹਾਣੀ ਉੱਥੇ ਭੇਜਤੀ ਅਤੇ ਕਹਾਣੀ ਉਹ ਛਪ ਗਈ। ਅਤੇ ਮੈਨੂੰ ਉਸ ਨਾਲ ਕਾਫੀ ਹੌਸਲਾ ਅਫਜ਼ਾਈ ਮਿਲੀ ਅਤੇ ਮੈਂ ਕਹਾਣੀਆਂ ਜਿਹੜੀਆਂ ਲਿਖਣੀਆਂ ਉਹ ਸ਼ੁਰੂ ਕਰ ਦਿੱਤੀਆਂ ਸੀ। ਫਿਰ ਮੈਂ ਇੱਕ ਹੋਰ ਕਹਾਣੀ ਲਿਖੀ ਤੋਂ ਜਿਸ ਦਾ ਨਾਂ ਸੀ ਪਲ ਪਲ ਮੌਤ। ਸੋ ਉਸ ਦੇ ਵਿੱਚ ਮੈਂ ਆਪਣੇ ਕਰੈਕਟਰ ਲਿਆ ਜੋ ਉਹ ਸੀ ਮੇਰੇ ਆਪਣੇ ਨਾਨਾ ਜੀ ਸਨ, ਅਤੇ ਉਹਨਾਂ ਨੂੰ ਮੈਂ ਕਰੈਕਟਰ ਲਿਆ। ਅਤੇ ਉਹ ਕਹਾਣੀ ਜਦੋਂ ਮੈਂ ਪੜ੍ਹ ਕੇ ਸੁਣਾਈ ਕਲਾ ਸੰਗਮ ਨੀਲੋਂਪੁਲ ਦੀ ਮੀਟਿੰਗ ਦੇ ਵਿੱਚ, ਤਾਂ ਕੁਲਵੰਤ ਨੀਲੋਂ ਜੀ ਮੈਨੂੰ ਕਹਿੰਦੇ ਇਹ ਤਾਂ ਕਹਾਣੀ ਇੱਕ ਕਲਾਸਿਕ ਕਹਾਣੀ ਹੈ, ਬਹੁਤ ਵਧੀਆ ਕਹਾਣੀ ਹੈ। ਕਹਿੰਦੇ ਮੈਂ ਨਹੀਂ ਕਦੇ ਇੱਦਾਂ ਦੀ ਕਹਾਣੀ ਪੜ੍ਹੀ, ਅਤੇ ਮੈਨੂੰ ਹੋਰ ਹੌਸਲਾ ਮਿਲਿਆ। ਸੋ ਫਿਰ ਦੋਸਤੋ ਮੈਂ ਕਰਮਸਰ ਰਾੜਾ ਸਾਹਿਬ ਜੋ ਹੈ ਉੱਥੇ ਇੱਕ ਸਭਾ ਬਣੀ ਸੀ ਨਵ ਲੇਖਕ ਮੰਚ ਰਾੜਾ ਸਾਹਿਬ, ਉਸ ਦੇ ਵਿੱਚ ਜਾਣ ਲੱਗ ਗਿਆ। ਨਿੰਦਰ ਗਿੱਲ ਨਾਲ ਦੋਸਤੀ ਹੋ ਗਈ ਅਤੇ ਫਿਰ ਮਲੌਦ ਜਾਣ ਲੱਗ ਗਿਆ। ਮਲੌਦ ਦੇ ਵਿੱਚ ਜਗਤਾਰ ਸੇਖਾ, ਜਗਤਾਰ ਚਾਹਲ, ਸੁਰਿੰਦਰ ਪੰਨੂ ਇਹ ਮੈਨੂੰ ਦੋਸਤ ਮਿਲੇ। ਪ੍ਰਕਾਸ਼ ਸਰਵੇਰ ਮਿਲਿਆ। ਪ੍ਰਕਾਸ਼ ਸਰਵੇਰ ਹੋਣੀ ਉੱਥੇ ਇੱਕ ਸਭਾ ਚਲਾ ਰਹੇ ਸੀ, ਉਹਦੇ ਵਿੱਚ ਉਹਨਾਂ ਨੇ ਆਉਣ ਦਾ ਸੱਦਾ ਦਿੱਤਾ। ਸੋ ਕੁੱਲ ਮਿਲਾ ਕੇ ਜੀ ਮੈਂ ਕਹਾਣੀਆਂ ਪੜ੍ਹਨ ਕਦੀ ਸਾਹਿਤ ਸਭਾ ਜੌੜੇ ਪੁੱਲ, ਕਦੀ ਬਰਾਹਾ, ਕਦੀ ਰਾਮਪੁਰ, ਕਦੀ ਕਿਤੇ ਜਾਂਦਾ ਰਿਹਾ, ਤਾਂ ਮੇਰੀ ਜਿਹੜੀ ਪਛਾਣ ਹੈ ਐਜ਼ ਕਹਾਣੀਕਾਰ ਬਣਨ ਲੱਗ ਪਈ। ਸੋ ਮੇਰੇ ਦੋਸਤ ਕਈ ਵਾਰ ਮੈਨੂੰ ਸੁਝਾਅ ਦਿੰਦੇ ਕਿ ਤੂੰ ਇਸ ਵਿਸ਼ੇ 'ਤੇ ਕਹਾਣੀ ਲਿਖ, ਅਤੇ ਮੈਂ ਕਹਾਣੀ ਉਸ ਵਿਸ਼ੇ 'ਤੇ ਲਿਖ ਕੇ ਖੁਸ਼ ਹੁੰਦਾ। ਸੋ ਦੋਸਤੋ ਫਿਰ ਇੱਕ ਸਮਾਂ ਇਹ ਆਇਆ ਕਿ ਮੇਰੇ ਕੋਲ 10-15 ਕਹਾਣੀਆਂ ਨੇ ਜਿਹੜੀਆਂ ਵਧੀਆ ਉਹ ਇਕੱਠੀਆਂ ਹੋ ਗਈਆਂ, ਅਤੇ ਦੋਸਤਾਂ ਨੇ ਮੈਨੂੰ ਕਹਿਣਾ ਸ਼ੁਰੂ ਕੀਤਾ ਕਿ ਮੰਗਟ ਹੁਣ ਤੂੰ ਕੋਈ ਕਿਤਾਬ ਛਪਵਾ। ਲੇਕਿਨ ਮੇਰੇ ਕੋਲ ਮੈਂ ਅਜੇ ਵਿਦਿਆਰਥੀ ਜੀਵਨ ਦੇ ਵਿੱਚ ਹੀ ਸੀ, ਅਤੇ ਮੇਰੇ ਕੋਲ ਤਾਂ ਇੰਨੀ ਸਮਰੱਥਾ ਨਹੀਂ ਸੀ ਕਿ ਮੈਂ ਆਪ ਕਿਤਾਬ ਛਪਵਾ ਸਕਦਾ, ਅਤੇ ਨਾ ਹੀ ਮੈਨੂੰ ਪਤਾ ਸੀ ਕਿ ਕਿਤਾਬ ਕਿਵੇਂ ਛਪਦੀ ਹੈ, ਕਿੱਥੋਂ ਛਪਦੀ ਹੈ, ਜਾਂ ਕਿਤਾਬ ਲਈ ਕੀ ਕਰਨਾ ਪੈਂਦਾ। ਸੋ ਦੋਸਤੋ ਜਦੋਂ ਮੈਂ ਕਾਫੀ ਸਾਰੀਆਂ ਕਹਾਣੀਆਂ ਲਿਖ ਲਈਆਂ, ਤਾਂ ਫਿਰ ਉਹਦੇ ਵਿੱਚੋਂ ਮੈਂ 15 ਕਹਾਣੀਆਂ ਨੇ ਜਿਹੜੀਆਂ ਉਹ ਸਿਲੈਕਟ ਕਰ ਲਈਆਂ ਦੋਸਤਾਂ ਦੇ ਜ਼ੋਰ ਪਾਉਣ 'ਤੇ, ਅਤੇ ਮੈਨੂੰ ਅਜੇ ਇਹ ਨਹੀਂ ਸੀ ਪਤਾ ਕਿਤਾਬ ਛਪੇਗੀ ਕਿੱਥੇ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਰਾੜਾ ਸਾਹਿਬ ਨਵ ਲੇਖਕ ਮੰਚ ਰਾੜਾ ਸਾਹਿਬ 'ਤੇ ਜੁੜਦੇ ਸੀ, ਅਤੇ ਉਹ ਜਿਹੜੀ ਮੀਟਿੰਗ ਸੀਗੀ ਉੱਥੇ ਹੁੰਦਾ ਸੀਗਾ ਪਾਲ ਖੰਗੂੜੇ ਦੀ ਪ੍ਰੈਸ ਦੇ ਪਿਛਲੇ ਪਾਸੇ ਇੱਕ ਜਗ੍ਹਾ ਸੀ, ਅਤੇ ਉੱਥੇ ਅਸੀਂ ਜਿਹੜੀ ਮਹੀਨੇਵਾਰ ਮੀਟਿੰਗ ਸੀ ਉਹ ਕਰਿਆ ਕਰਦੇ ਸੀ। ਅਤੇ ਉੱਥੇ ਫੈਸਲਾ ਇਹ ਹੋਇਆ ਕਿ ਮੇਜਰ ਮੰਗਟ ਦੀ ਜਿਹੜੀ ਕਿਤਾਬ ਹੈ ਉਹ ਹਰਪਾਲ ਖੰਗੂੜਾ ਛਾਪੂਗਾ। ਅਤੇ ਉਸ ਵਕਤ ਦੋਸਤੋ ਜਿਹੜੀ ਪ੍ਰੈਸ ਉਹ ਹੁੰਦੀ ਸੀ ਜਿਹਦੇ ਵਿੱਚ ਇੱਦਾਂ ਇੱਕ ਅੱਖਰ ਚੁੱਕ ਕੇ ਲਾਈਦਾ, ਅਤੇ ਹਰਪਾਲ ਖੰਗੂੜਾ ਨੇ ਕਿਹਾ ਵੀ ਕਿ ਉਹ ਬਿਨਾਂ ਕੋਈ ਪੈਸਾ ਲਿੱਤਿਆਂ ਮੇਰੀ ਕਿਤਾਬ ਛਾਪੂਗਾ। ਅਤੇ ਸਾਰੇ ਦੋਸਤ ਉੱਥੇ ਪਹੁੰਚਿਆ ਕਰਨ ਜੀ ਪ੍ਰੈਸ 'ਤੇ, ਕੋਈ ਉਹਦੇ ਪ੍ਰੂਫ ਪੜ੍ਹ ਰਿਹਾ ਹੈ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਤਾਂ ਇਕੱਲੀ ਕਹਾਣੀ ਪਾਲ ਖੰਗੂੜਾ ਨੇ ਅਤੇ ਉਸਦੇ ਸਹਿਯੋਗੀਆਂ ਨੇ, ਉੱਥੇ ਇੱਕ ਬਲਦੇਵ ਸਿੰਘ ਹੁੰਦਾ ਸੀ, ਅਤੇ ਇਹਨਾਂ ਸਾਰਿਆਂ ਨੇ ਮਿਹਨਤ ਕਰਕੇ ਜਿਹੜੀਆਂ ਉਹ 15 ਕਹਾਣੀਆਂ ਜਿਹੜੀਆਂ ਮੈਂ ਦਿੱਤੀਆਂ ਸੀ ਅਤੇ ਉਹ ਛਾਪ ਦਿੱਤੀਆਂ। ਹੁਣ ਖਰੜਾ ਤਿਆਰ ਹੋ ਗਿਆ, ਉੱਥੇ ਅਸੀਂ ਉਹਦੀ ਪ੍ਰੂਫ ਵੀ ਪੜ੍ਹ ਲਏ, ਅਤੇ ਹੁਣ ਫਿਰ ਸਾਨੂੰ ਪਤਾ ਨਹੀਂ ਲੱਗੇ ਵੀ ਇਹਦਾ ਕਰੀਏ ਕੀ, ਇਹ ਕਿਤਾਬ ਇਹਦੀ ਕਿਵੇਂ ਬਣੂਗੀ। ਅਤੇ ਪਾਲ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ, ਅਤੇ ਨਰਿੰਦਰ ਗਿੱਲ ਕਹਿੰਦਾ ਵੀ ਜੇ ਕਿਤਾਬ ਛਪਵਾਉਣੀ ਹੈ ਤਾਂ ਉਹਦੇ ਲਈ ਕੋਈ ਤੁਹਾਨੂੰ ਟਾਈਟਲ ਵੀ ਚਾਹੀਦਾ ਹੁੰਦਾ। ਅਤੇ ਮੈਂ ਕਿਹਾ ਫਿਰ ਟਾਈਟਲ ਕਿੱਥੇ ਬਣੂਗਾ। ਉਹ ਕਹਿੰਦਾ ਵੀ ਟਾਈਟਲ ਚਲੋ ਮੈਂ ਸੋਚਦਾ। ਅਤੇ ਸਵਰਨਜੀਤ ਸਵੀ ਉਹਦਾ ਦੋਸਤ ਸੀਗਾ, ਅਤੇ ਉਹਨੇ ਸਵਰਨਜੀਤ ਸਵੀ ਤੋਂ ਕਿਤਾਬ ਦਾ ਟਾਈਟਲ ਬਣਾ ਦਿੱਤਾ, ਅਤੇ ਕਿਤਾਬ ਦੀ ਇੱਕ ਕਹਾਣੀ 'ਤੇ ਕਿਤਾਬ ਦਾ ਨਾਂ ਰੱਖਿਆ ਗਿਆ ਤਲੀਆਂ 'ਤੇ ਉੱਗੇ ਥੋਹਰ, ਮਾਫ਼ ਕਰਨਾ। ਤੋ ਉਹ ਜਿਹੜੀ ਕਿਤਾਬ ਹੈ ਉਹ ਮੇਰੀ ਪਹਿਲੀ ਕਿਤਾਬ ਸੀ। ਕਿਤਾਬ ਤੁਹਾਨੂੰ ਦਿਖਾਉਣਾ ਮੈਂ, ਤਾਂ ਇਹ ਕਿਤਾਬ ਸੀ ਤਲੀਆਂ 'ਤੇ ਉੱਗੇ ਥੋਹਰ, ਤੋ ਜਿਹਦੇ ਵਿੱਚ 15 ਕਹਾਣੀਆਂ ਸੀ। ਅਤੇ ਇਹ ਕਿਤਾਬ ਦੇ ਜਿਹੜੇ ਛਪਣ ਦੀ ਹਿਸਟਰੀ ਹੈ ਉਹ ਬੜੀ ਕਮਾਲ ਦੀ ਹੈ। ਅਤੇ ਸਵਰਨਜੀਤ ਸਵੀ ਜੀ ਨੇ ਟਾਈਟਲ ਬਣਾਤਾ, ਟਾਈਟਲ ਬਣ ਗਿਆ, ਤਾਂ ਸਮੱਸਿਆ ਫਿਰ ਉੱਥੇ ਦੀ ਉੱਥੇ ਖੜੀ ਸੀ ਕਿ ਹੁਣ ਇਹਦੀ ਕਿਤਾਬ ਕਿਵੇਂ ਬਣੂਗੀ। ਸੋ ਨਿੰਦਰ ਗਿੱਲ ਦਾ ਅੱਗੇ ਦੋਸਤ ਸੀ ਹਰੀਸ਼ ਜੈਨ ਜੀ, ਲੋਕ ਗੀਤ ਪ੍ਰਕਾਸ਼ਨ ਸਰਹੰਦ ਵਾਲੇ, ਅਤੇ ਉਹਨਾਂ ਦੀ ਸਰਹੰਦ ਦੇ ਵਿੱਚ ਕਿਤਾਬਾਂ ਦੀ ਦੁਕਾਨ ਸੀ, ਪਬਲੀਕੇਸ਼ਨ ਉਹਨਾਂ ਨੇ ਸ਼ੁਰੂ ਕੀਤੀ ਸੀ ਅਜੇ। ਅਤੇ ਨਿੰਦਰ ਗਿੱਲ ਉਹਦੇ ਕੋਲੇ ਗਿਆ, ਅਤੇ ਉਹ ਕਹਿੰਦੇ ਵੀ ਤੂੰ ਇੱਦਾਂ ਕਰ ਵੀ ਉਹ ਜੋ ਕੁਛ ਵੀ ਤੁਸੀਂ ਖਰੜਾ ਛਾਪਿਆ ਉਹਨੂੰ ਚੱਕ ਕੇ ਮੇਰੇ ਕੋਲ ਲਿਆ। ਅਤੇ ਫਿਰ ਜੀ ਅਸੀਂ ਇੱਕ ਦਿਨ ਟੈਕਸੀ ਕੀਤੀ, ਅਤੇ ਖਰੜਾ ਲੈ ਕੇ, ਟਾਈਟਲ ਲੈ ਕੇ, ਅਤੇ ਲੋਕ ਗੀਤ ਪ੍ਰਕਾਸ਼ਨ ਸਰਹੰਦ ਪਹੁੰਚ ਗਏ, ਅਤੇ ਉਹ ਜਿਹੜਾ ਹੈਗਾ ਖਰੜਾ ਉਹ ਹਰੀਸ਼ ਜੈਨ ਜੀ ਨੂੰ ਦੇਤਾ। ਸੋ
ਹਰੀਸ਼ ਜੈਨ ਜੀ ਨੇ ਦੇਖਿਆ ਖਰੜਾ, ਟਾਈਟਲ ਵੀ ਸੀਗਾ, ਖਰੜਾ ਵੀ ਸੀਗਾ, ਤੇ ਉਹ ਕਹਿੰਦੇ ਵੀ ਤੂੰ ਨਵਾਂ ਲਿਖਣ ਲੱਗੇ ਆ, ਤੂੰ ਕਿਸ ਤੋਂ ਮੁੱਖ ਬੰਦ ਵੀ ਲਿਖਵਾ ਲੈ। ਤਾਂ ਫਿਰ ਸਾਡੇ ਸਤਿਕਾਰਯੋਗ ਸ਼੍ਰੀ ਤੇਲੂ ਰਾਮ ਕੋਹਾੜਾ ਜੀ, ਉਹ ਮੇਰੇ ਕਾਫੀ ਨਜ਼ਦੀਕ ਸਨ, ਅਤੇ ਅਸੀਂ ਇਕੱਠੇ ਕਹਾਣੀਆਂ ਪੜ੍ਹਨ ਵੀ ਮੀਟਿੰਗਾਂ ਜਾਂਦੇ ਸੀ, ਅਤੇ ਕਲਾ ਸੰਗਮ ਨੀਲੋਂ ਪੁਲ ਦੇ ਉਹ ਪ੍ਰਧਾਨ ਵੀ ਸਨ, ਮੈਂਬਰ ਵੀ ਰਹੇ ਸਨ, ਅਤੇ ਉਹਨਾਂ ਨੇ ਮੇਰੀ ਪਹਿਲੀ ਕਿਤਾਬ ਦਾ ਜਿਹੜਾ ਮੁੱਖ ਬੰਦ ਹੈ ਉਹ ਲਿਖਿਆ। ਸੋ ਦੋਸਤੋ, ਫਿਰ ਉਹ ਮੁੱਖ ਬੰਦ ਲੈ ਕੇ ਮੈਂ ਉੱਥੇ ਪਹੁੰਚ ਗਿਆ, ਤਾਂ ਫਿਰ ਹਰੀਸ਼ ਜੈਨ ਜੀ ਕੋਲ ਜਾਣਾ, ਉਹਨਾਂ ਦੇ ਨਾਲ ਇੱਕ ਪਰਿਵਾਰਕ ਸਾਂਝ ਬਣ ਗਈ, ਅਤੇ ਮੈਂ ਜਾਂਦਾ, ਉਹ ਸੁਝਾਅ ਦਿੰਦੇ ਕਿ ਇਹ ਕਰ ਲੈ, ਹੁਣ ਆਹ ਕਰ ਲੈ। ਸੋ ਇਸ ਤਰ੍ਹਾਂ ਜਿਹੜੀ ਮੇਰੀ ਕਿਤਾਬ ਹੈ, ਉਹ ਸਭ ਤੋਂ ਪਹਿਲੀ ਕਿਤਾਬ ਉਹ ਲੋਕ ਗੀਤ ਪ੍ਰਕਾਸ਼ਨ ਸਰਹੰਦ ਨੇ ਛਾਪੀ, ਹਰੀਸ਼ ਜੈਨ ਜੀ ਨੇ ਛਾਪੀ। ਸੋ ਇਹ ਜਿਹੜੀ ਸਾਡੀ ਸਾਂਝ ਹੈ ਉਸ ਵਕਤ ਤੋਂ ਚੱਲੀ ਆ ਰਹੀ ਹੈ। ਇਹ ਮੈਂ ਗੱਲ ਕਰ ਰਿਹਾ 1999 ਦੀ। ਤਾਂ 1999 ਦੇ ਵਿੱਚ ਤੇ ਇਹ ਕਿਤਾਬ ਛਪ ਗਈ, ਅਤੇ ਇਹ ਤਕਰੀਬਨ ਅਪ੍ਰੈਲ 1990 ਦੇ ਵਿੱਚ ਕਿਤਾਬ ਇਹ ਪੂਰੀ ਤਰ੍ਹਾਂ ਤਿਆਰ ਹੋ ਗਈ। ਅਤੇ ਉਸੇ ਸਾਲ ਮੈਂ ਕੈਨੇਡਾ ਨੂੰ ਆਉਣਾ ਸੀ, ਅਤੇ ਮੇਰੇ ਆਉਣ ਤੋਂ ਪਹਿਲਾਂ ਹਰੀਸ਼ ਜੀ ਨੇ ਕਿਤਾਬ ਛਾਪ ਦਿੱਤੀ। ਮੈਂ ਕਿਤਾਬ ਲੈ ਕੇ ਕੈਨੇਡਾ ਨੂੰ ਆ ਗਿਆ, ਅਤੇ ਆਉਣ ਤੋਂ ਪਹਿਲਾਂ ਕਿਤਾਬ ਅਜੇ ਪੂਰੀ ਤਰ੍ਹਾਂ ਇਹਦਾ ਟਾਈਟਲ ਵਗੈਰਾ ਨਹੀਂ ਸੀ ਲੱਗਿਆ, ਅਤੇ ਕਿਤਾਬ ਅਸੀਂ ਰਿਲੀਜ਼ ਕਰਨੀ ਸੀ ਕਿਉਂਕਿ ਮੇਰੇ ਆਉਣ ਦੇ ਦਿਨ ਬੜੇ ਥੋੜ੍ਹੇ ਰਹਿੰਦੇ ਸੀ। ਅਤੇ ਫੰਕਸ਼ਨ ਰੱਖਿਆ ਗਿਆ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਵਿੱਚ। ਸੇ ਇਹ ਕਿਤਾਬ ਬਰਿਆਮ ਸੰਧੂ ਜੀ ਨੇ ਉੱਥੇ ਬਿਨਾਂ ਟਾਈਟਲ ਤੋਂ ਰਿਲੀਜ਼ ਕੀਤੀ, ਕਿਉਂਕਿ ਮੈਂ ਕੈਨੇਡਾ ਨੂੰ ਆਉਣਾ ਸੀ, ਅਤੇ ਉਸ ਵਕਤ ਤੱਕ ਪਤਾ ਨਹੀਂ ਟਾਈਟਲ ਲੱਗਣਾ ਸੀ ਕਿ ਨਹੀਂ ਕਿਤਾਬ 'ਤੇ ਲੱਗਣਾ ਸੀ, ਲੇਕਿਨ ਕਿਤਾਬ ਤਿਆਰ ਹੋ ਜਾਣੀ ਸੀ ਇੰਨਾ ਮੈਨੂੰ ਪਤਾ ਸੀ। ਅਤੇ ਉਹਨਾਂ ਨੇ ਬਰਿਆਮ ਸੰਧੂ ਜੀ ਨੇ ਕਿਤਾਬ ਰਿਲੀਜ਼ ਕੀਤੀ, ਅਤੇ ਉੱਥੇ ਪ੍ਰੋਫੈਸਰ ਅਤੈ ਸਿੰਘ ਨੇ ਇਹਦੇ 'ਤੇ ਪਹਿਲਾ ਪੇਪਰ ਪੜ੍ਹਿਆ। ਪ੍ਰੋਫੈਸਰ ਅਤੈ ਸਿੰਘ ਨੇ ਪੜ੍ਹਿਆ, ਸੁਰਿੰਦਰ ਕੁਮਾਰ ਦਵੇਸ਼ਵਰ ਜੀ, ਡਾਕਟਰ ਸੁਰਿੰਦਰ ਕੁਮਾਰ ਦਵੇਸ਼ਵਰ ਜੀ, ਉਹਨਾਂ ਨੇ ਪੇਪਰ ਪੜ੍ਹਿਆ, ਅਤੇ ਡਾਕਟਰ ਗੁਲਜ਼ਾਰ ਮੁਹੰਮਦ ਗੋਰੀਆ ਨੇ ਪੇਪਰ ਪੜ੍ਹਿਆ। ਅਤੇ ਕਾਫੀ ਇਕੱਠ ਹੋਇਆ, ਅਤੇ ਕਹਾਣੀਆਂ ਦੇ ਉੱਤੇ ਚੰਗੀ ਬਹਿਸ ਅਤੇ ਚੰਗੀ ਚਰਚਾ ਹੋਈ, ਅਤੇ ਜਿਸ ਨਾਲ ਮੈਨੂੰ ਬੜੀ ਹੌਸਲਾ ਅਫਜ਼ਾਈ ਮਿਲੀ। ਸੋ ਦੋਸਤੋ, ਫਿਰ ਮੈਂ ਇਸ ਪ੍ਰਕਾਰ ਜਦੋਂ ਕੈਨੇਡਾ ਨੂੰ ਆ ਗਿਆ ਤਾਂ ਕਿਤਾਬ ਜਿਹੜੀ ਛਪ ਚੁੱਕੀ ਸੀ, ਅਤੇ ਇੱਕ ਕਹਾਣੀਕਾਰ ਦੇ ਤੌਰ 'ਤੇ ਜਿਹੜੀ ਮੇਰੀ ਚਰਚਾ ਹੈ ਉਹ ਸ਼ੁਰੂ ਹੋ ਗਈ ਸੀ। ਕਹਾਣੀਆਂ ਛਪਣ ਲੱਗ ਗਈਆਂ ਸਨ, ਅਤੇ ਜਦੋਂ ਮੈਂ ਕੈਨੇਡਾ ਆ ਗਿਆ ਅਤੇ ਫਿਰ ਜਿਹੜੇ ਮੇਰੇ ਦੋਸਤ ਸੀਗੇ, ਸੁਰਿੰਦਰ ਪੰਨੂ, ਜਗਤਾਰ ਸੇਖਾ, ਜਗਤਾਰ ਚਾਹਲ, ਅਤੇ ਇਹਨਾਂ ਨੇ ਕਿਹਾ ਵੀ ਕਿਤਾਬ ਤਾਂ ਆ ਗਈ, ਤਾਂ ਹੁਣ ਇਸ ਕਿਤਾਬ 'ਤੇ ਜਿਹੜਾ ਫੰਕਸ਼ਨ ਹੋਣਾ ਚਾਹੀਦਾ, ਉਹ ਵੀ ਹੋਣਾ ਜ਼ਰੂਰੀ ਹੈ। ਅਤੇ ਫਿਰ ਮੇਰੀ ਗੈਰ ਹਾਜ਼ਰੀ ਦੇ ਵਿੱਚ ਇਸ ਕਿਤਾਬ ਦੇ ਉੱਪਰ ਗੋਸ਼ਟੀ ਕਰਵਾਈ ਗਈ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ, ਅਤੇ ਜਿੱਥੇ ਨਾਮਵਰ ਲੇਖਕਾਂ ਦਾ ਇਕੱਠ ਹੋਇਆ। ਉਹਨਾਂ ਨਾਮਵਰ ਲੇਖਕਾਂ ਵਿੱਚ ਸੁਰਜੀਤ ਖੁਰਸ਼ੀਦੀ ਜੀ ਵੀ ਸਨ। ਸੁਰਜੀਤ ਖੁਰਸ਼ੀਦੀ ਜੀ ਉਸ ਵਕਤ ਸਾਡੇ ਇਲਾਕੇ ਦਾ ਮਾਣ ਸਨ। ਉਹਨਾਂ ਨੇ ਭਾਸ਼ਾ ਅਤੇ ਬੋਲੀ 'ਤੇ ਬਹੁਤ ਕੰਮ ਕੀਤਾ, ਬਹੁਤ ਵਧੀਆ ਕਹਾਣੀਕਾਰ ਸਨ, ਅਤੇ ਬਹੁਤ ਵਧੀਆ ਕਵੀ ਸਨ। ਅਤੇ ਇੱਥੇ ਹੋਰ ਵੀ ਬਹੁਤ ਸਾਰੇ ਲੇਖਕ ਇਕੱਠੇ ਹੋਏ। ਸੋ ਇਹ ਸਮਾਗਮ ਮੇਰੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਮੇਰੀ ਗੈਰ ਹਾਜ਼ਰੀ ਦੇ ਵਿੱਚ ਹੋਇਆ। ਇਸ 'ਤੇ ਜੋ ਪੇਪਰ ਲਿਖੇ ਗਏ ਉਹ ਮੈਨੂੰ ਕੈਨੇਡਾ ਬੈਠੇ ਨੂੰ ਭੇਜੇ ਗਏ। ਇਸ ਦੀ ਜੋ ਰਿਪੋਰਟਿੰਗ ਹੋਈ, ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ, ਤਾਂ ਉਹ ਵੀ ਮੇਰੇ ਦੋਸਤਾਂ ਨੇ ਮੈਨੂੰ ਇੱਥੇ ਭੇਜੀਆਂ। ਗੁਰਦਿਆਲ ਦਲਾਲ ਜੀ ਨੇ ਬਹੁਤ ਅੱਛਾ ਪੇਪਰ ਪੜ੍ਹਿਆ, ਅਤੇ ਉਸ ਤੋਂ ਬਾਅਦ ਇੱਕ ਮੈਨੂੰ ਬਹੁਤ ਕਮਾਲ ਦੀ ਚਿੱਠੀ ਵੀ ਲਿਖੀ, ਜੋ ਅਜੇ ਤੱਕ ਮੈਂ ਸੰਭਾਲ ਕੇ ਰੱਖੀ ਹੋਈ ਹੈ। ਸੋ ਦੋਸਤੋ, ਮੇਰੀਆਂ ਕਹਾਣੀਆਂ ਦੀ ਇਹ ਪਹਿਲੀ ਕਿਤਾਬ ਸੀ। ਇਸ ਦੇ ਵਿੱਚ ਮੈਂ ਜੋ ਕਹਾਣੀਆਂ ਲਿਖੀਆਂ ਉਹ ਜਾਂ ਤਾਂ ਵਿਦਿਆਰਥੀ ਜੀਵਨ ਨਾਲ ਸੰਬੰਧਿਤ ਸਨ, ਯੂਨੀਵਰਸਿਟੀਆਂ ਕਾਲਜਾਂ ਬਾਰੇ ਕਹਾਣੀਆਂ ਸਨ, ਅਤੇ ਜਾਂ ਤੁਹਾਡੇ ਜ਼ਿੰਦਗੀ ਦੀ ਜਦੋਂ ਸ਼ੁਰੂਆਤ ਹੁੰਦੀ ਹੈ, ਤੁਹਾਡੀਆਂ ਭਾਵਨਾਵਾਂ, ਪਿਆਰ, ਮੁਹੱਬਤ, ਇਸ ਤਰ੍ਹਾਂ ਦੀਆਂ ਵੀ ਕੁਝ ਕਹਾਣੀਆਂ ਸਨ। ਅਤੇ ਜ਼ਿਆਦਾਤਰ ਕਹਾਣੀਆਂ ਟੁੱਟ ਰਹੀ ਕਿਸਾਨੀ ਨਾਲ ਸਨ। ਕਿਸਾਨੀ ਮਾਨਸਿਕਤਾ ਅਤੇ ਉਹਨਾਂ ਦੇ ਬੱਚਿਆਂ ਦਾ ਦਰਦ, ਨੌਜਵਾਨਾਂ ਦੀ ਬੇਰੁਜ਼ਗਾਰੀ ਨਾਲ ਜੂਝਦਿਆਂ ਕੀ ਹਾਲਤ ਸੀ, ਉਸ ਬਾਰੇ ਇਹਨਾਂ ਕਹਾਣੀਆਂ ਦੇ ਵਿੱਚ ਬਿਆਨਿਆ ਗਿਆ ਸੀ। ਸੋ ਦੋਸਤੋ, 15 ਕਹਾਣੀਆਂ, ਜੇ ਮੈਂ ਇਕੱਲੀ ਕਹਾਣੀ ਦੀ ਗੱਲ ਕਰਾਂ ਤਾਂ ਇਹ ਗੱਲ ਬਹੁਤ ਲੰਬੀ ਚਲੇ ਜਾਣੀ ਹੈ, ਲੇਕਿਨ ਕੁਛ ਕੁ ਕਹਾਣੀਆਂ ਨੇ ਜਿਹੜੀਆਂ ਹਮੇਸ਼ਾ ਮੈਨੂੰ ਪ੍ਰਭਾਵਿਤ ਅਜੇ ਤੱਕ ਵੀ ਕਰਦੀਆਂ ਨੇ, ਕਿਉਂਕਿ ਇਹਨਾਂ ਦਾ ਜਿਹੜਾ ਪਿਛੋਕੜ ਸੀ, ਕਹਾਣੀ ਲਿਖਣ ਦੇ ਕਾਰਨ ਸਨ, ਕਹਾਣੀਆਂ ਦੇ ਪਿੱਛੇ ਕੀ ਬੈਕਗਰਾਊਂਡ ਸੀਗੀ, ਉਹ ਬੜੀਆਂ ਦਿਲਚਸਪ ਗੱਲਾਂ ਨੇ। ਉਹ ਕਿਤੇ ਆਪਾਂ ਆਉਣ ਵਾਲੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ, ਲੇਕਿਨ ਕੁਛ ਕੁ ਕਹਾਣੀਆਂ ਨੇ ਜਿਹੜੀਆਂ ਉਹ ਮੈਨੂੰ ਅਜੇ ਵੀ ਯਾਦ ਨੇ। ਅਤੇ ਜੇ ਮੈਂ ਇਸ ਕਿਤਾਬ ਨੂੰ ਦੇਖਾਂ, ਅਤੇ ਉਹ ਕਹਾਣੀਆਂ ਅੱਜ ਵੀ ਮੇਰੇ ਸਾਹਮਣੇ
ਆ ਜਾਂਦੀਆਂ ਨੇ। ਤਾਂ ਜਿਹੜੀਆਂ ਕਹਾਣੀਆਂ ਦੀ ਮੈਂ ਗੱਲ ਕਰਨੀ ਚਾਹੁੰਦਾ ਤਾਂ ਉਹਨਾਂ ਦੇ ਵਿੱਚ ਕਹਾਣੀ ਹੈਗੀ ਆ ਸੰਤਾਪ, ਕਮਲਾਏ ਫੁੱਲ, ਗਰਮ ਹਵਾਵਾਂ, ਗੁਬਾਰੇ, ਜਦੋਂ ਤੀਆਂ ਵਿਛੜਦੀਆਂ ਨੇ ਤੇ ਰਾਤ ਬੀਤ ਗਈ, ਪਲ ਪਲ ਮੌਤ, ਪ੍ਰਸ਼ਨ ਚਿੰਨ੍ਹ, ਮਨ ਦੀ ਰੋਸ਼ਨੀ ਵਿੱਚ। ਇਹ ਕਹਾਣੀਆਂ ਇਹੋ ਜਿਹੀਆਂ ਹਨ ਤੇ ਜਿਨ੍ਹਾਂ ਦੇ ਪਿੱਛੇ ਕੋਈ ਨਾ ਕੋਈ ਕਾਰਨ, ਕੋਈ ਨਾ ਕੋਈ ਕਹਾਣੀ ਜ਼ਰੂਰ ਜੁੜੀ ਹੋਈ ਹੈ। ਸੋ ਇਹਨਾਂ ਦੇ ਵਿਚਲੇ ਜੋ ਪਾਤਰ ਨੇ ਉਹ ਬੜੇ ਸੁਭਾਵਿਕ ਕਿਸਮ ਦੇ ਪਾਤਰ ਨੇ, ਸਾਡੇ ਸਮਾਜ 'ਚੋਂ ਲੈ ਗਏ ਪਾਤਰ ਨੇ। ਸੋ ਦੋਸਤੋ, ਇਹ ਮੇਰੀ ਲਿਖਤ ਦਾ ਜਿਹੜਾ ਪਹਿਲਾ ਪੜਾਅ ਮੈਂ ਕਹਿ ਸਕਦਾ। ਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬਾਕੀ, ਜੇ ਤੁਸੀਂ ਚਾਹੋਗੇ ਤਾਂ ਬਾਕੀ ਕਿਤਾਬਾਂ ਦੀ ਰਚਨ ਪ੍ਰਕਿਰਿਆ ਬਾਰੇ ਵੀ ਆਪਾਂ ਗੱਲ ਕਰਾਂਗੇ। ਸੋ ਇਸ ਕਿਤਾਬ ਤੋਂ ਪਹਿਲਾਂ ਮੇਰਾ ਇੱਕ ਗੀਤ ਸੰਗ੍ਰਹਿ ਵੀ ਛਪ ਚੁੱਕਿਆ ਸੀ, ਸੱਚ ਦੀ ਆਵਾਜ਼, ਜੋ 1982 ਦੇ ਵਿੱਚ ਛਪਿਆ ਸੀ। ਉਸ ਦੀ ਵੀ ਆਪਾਂ ਕਦੇ ਗੱਲ ਕਰਾਂਗੇ ਤੇ ਜੇ ਤੁਸੀਂ ਚਾਹੋਗੇ। ਲੇਕਿਨ ਜਿਹੜੀ ਇਹ ਕਿਤਾਬ ਸੀ ਤਲੀਆਂ ਤੇ ਉੱਗੇ ਥੋਹਰ, ਇਹ ਜੇ ਤੁਸੀਂ ਪੜ੍ਹਨੀ ਚਾਹੋ ਤਾਂ ਤੁਸੀਂ ਯੂਨੀਸਟਾਰ ਬੁੱਕਸ ਜਾਂ ਲੋਕ ਗੀਤ ਪ੍ਰਕਾਸ਼ਨ ਸਰਹੰਦ ਨੂੰ ਫੋਨ ਕਰ ਸਕਦੇ ਹੋ। ਉਹਨਾਂ ਕੋਲ ਕੁਛ ਕੁ ਕਿਤਾਬਾਂ ਸ਼ਾਇਦ ਅਜੇ ਵੀ ਪਈਆਂ ਹੋਣ, ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਇਸ ਕਿਤਾਬ ਦਾ ਦੂਸਰਾ ਐਡੀਸ਼ਨ ਜ਼ਰੂਰ ਛਾਪਿਆ ਜਾਵੇ। ਸੋ ਇਸ ਤੋਂ ਬਾਅਦ ਜਿਹੜੀ ਮੇਰੀ ਸੈਕੰਡ ਕਿਤਾਬ ਸੀ ਕੁੰਜਾਂ ਦੀ ਮੌਤ, ਉਹ ਮੈਂ ਟੋਰਾਂਟੋ ਕੈਨੇਡਾ ਆ ਕੇ ਲਿਖੀ। ਤਾਂ ਉਸ ਵਿੱਚ ਬਹੁਤੀਆਂ ਕਹਾਣੀਆਂ ਨੇ ਜਿਹੜੀਆਂ ਉਹ ਕੈਨੇਡਾ ਨਾਲ ਸੰਬੰਧਿਤ ਨੇ, ਜਿਸ ਤਰ੍ਹਾਂ ਕਿ ਉਸਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਕੁੰਜਾਂ ਦੀ ਮੌਤ, ਕੁੰਜਾਂ ਸਿੰਬਲ ਹਨ ਪ੍ਰਵਾਸੀਆਂ ਦਾ। ਸੋ ਉਸ ਦੇ ਬਾਰੇ ਹਨ, ਉਹਦੇ ਬਾਰੇ ਆਪਾਂ ਗੱਲ ਕਿਤੇ ਅੱਗੇ ਚੱਲ ਕੇ ਕਰਾਂਗੇ। ਸੋ ਦੋਸਤੋ, ਇਸ ਪ੍ਰੋਗਰਾਮ ਨੂੰ ਤਿਆਰ ਕਰਨ ਦੇ ਵਿੱਚ ਜਾਂ ਬਾਕੀ ਵੀ ਸਾਡੇ ਜਿਹੜੇ ਇਸ ਤੋਂ ਪਹਿਲੇ ਪ੍ਰੋਗਰਾਮ ਤਿਆਰ ਕੀਤੇ ਗਏ ਨੇ, ਉਸ ਦੇ ਵਿੱਚ ਤ੍ਰਿਮਰ ਮੰਗਟ ਦਾ ਕਾਫੀ ਹੱਥ ਹੈ ਤੇ ਉਹ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਤਿਆਰ ਕਰਦਾ ਹੈ। ਤਾਂ ਮੈਂ ਉਸ ਦਾ ਵੀ ਧੰਨਵਾਦ ਕਰਦਾ ਹਾਂ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਇਹ ਚੈਨਲ ਤੁਹਾਨੂੰ ਚੰਗਾ ਲੱਗੇਗਾ ਤੇ ਤੁਸੀਂ ਵੀ ਆਪਣੀਆਂ ਰਚਨਾਵਾਂ, ਆਪਣੀ ਰਚਨ ਪ੍ਰਕਿਰਿਆ, ਆਪਣੀਆਂ ਕਿਤਾਬਾਂ, ਕਹਾਣੀ ਤੁਸੀਂ ਕਿਵੇਂ ਲਿਖਦੇ ਹੋ, ਕਹਾਣੀ ਦਾ ਪਿਛੋਕੜ ਕੀ ਹੁੰਦਾ ਹੈ, ਸੋ ਇਹੋ ਜਿਹੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰੋਗੇ ਤੇ ਆਪਾਂ ਇਸ ਚੈਨਲ 'ਤੇ ਬਾਕੀ ਦਰਸ਼ਕਾਂ ਲਈ ਪੇਸ਼ ਕਰਾਂਗੇ। ਸੋ ਪੋਡਕਾਸਟ ਨੂੰ ਦੋਸਤੋ ਇਸੇ ਤਰ੍ਹਾਂ ਪਿਆਰ ਮੁਹੱਬਤ ਦਿੰਦੇ ਰਹਿਣਾ ਤੇ ਲੋਕਾਂ ਤੱਕ, ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਉਂਦੇ ਰਹਿਣਾ ਤੇ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ। ਤੇ ਆਪਾਂ ਹੌਲੀ ਹੌਲੀ ਇੱਕ ਪਰਿਵਾਰ ਦੇ ਵਾਂਗੂ ਜੁੜ ਕੇ ਇਕੱਠੇ ਹੋ ਕੇ ਸਾਰੇ ਕੰਮ ਕਰਾਂਗੇ। ਚੈਨਲ ਮੇਰਾ ਨਹੀਂ, ਤੁਹਾਡਾ ਵੀ ਹੈ। ਸੋ ਇੱਥੇ ਹੀ ਆਗਿਆ ਮੰਗਦਾ ਹਾਂ। ਸੋ ਮੇਜਰ ਮੰਗਟ ਨੂੰ ਦਿਓ ਆਗਿਆ। ਤੋਂ ਅਗਲੇ ਐਪੀਸੋਡ ਵਿੱਚ ਆਪਾਂ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ। ਉਦੋਂ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।